बिस्मिल्लाहिर्रहमानिर्रहीम अस्सलाम वालेकुम। ਅੱਜ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੀ ਸਮਾਤਾਂ ਦੀ ਨਜ਼ਰ ਹਾਜ਼ਰ ਹੋਇਆ। ਇਹ ਵਾਕਿਆ ਆਕਾ अलैहिस्सलातु वस्सलाम और हज़रत दाहिया कल्बी रज़ी अल्लाह तआला अन्हु ਉਹਨਾਂ ਦੇ ਦਰਮਿਆਨ ਤੇ हज़रत दाहिया कल्बी रज़ी अल्लाह तआला अन्हु ਨੂੰ ਅੱਲਾਹ ਤਾਲਾ ਦੀ ਜ਼ਾਤ ਨੇ ਬਹੁਤ ਜ਼ਿਆਦਾ ਹੁਸਨ ਜਮਾਲ ਦਿੱਤਾ ਹੁੰਦਾ। ਤੇ ਤਫਸੀਰ ਨਗਾਰ ਤੇ ਇੱਥੋਂ ਤੱਕ ਲਿਖਦੇ ਆ ਕਿ ਆਪ ਗਲੀ ਦੇ ਵਿੱਚ ਅਗਰ ਚੱਲਦੇ ਹੁੰਦੇ ਤੇ ਅਰਬ ਦੀਆਂ ਔਰਤਾਂ ਗਲੀ ਦੇ ਵਿੱਚ ਛੁਪ ਕੇ ਆਪ ਨੂੰ ਦੇਖਦੀਆਂ। ਤੇ ਆਪ ਨੇ ਹਜੇ ਇਸਲਾਮ ਕਬੂਲ ਨਹੀਂ ਕੀਤਾ ਹੁੰਦਾ ਤੇ ਇੱਕ ਦਫਾ ਆਪ ਗਲੀ 'ਚ ਚੱਲ ਰਹੇ ਹੁੰਦੇ ਆ ਕਿ ਆਕਾ अलैहिस्सलातु वस्सलाम ਦੀ ਨਜ਼ਰ ਰਹਿਮਤ ਆਪ ਦੇ ਚਿਹਰੇ ਤੇ ਪੈਂਦੀ ਆ। ਤੇ ਆਪ ਦੇਖਦੇ ਆ आका अलैहिस्सलातु वस्सलाम कि इतना हसीनो जमील नौजवान जो कि मुसलमान नहीं है। ਤੇ ਆਪ ਰਾਤ ਦੀ ਤਾਰੀਕੀ ਦੇ ਵਿੱਚ ਅੱਲਾਹ ਤਾਲਾ ਦੀ ਜ਼ਾਤ ਕੋ ਦੁਆ ਕਰਦੇ ਆ ਕਿ ਯਾ ਅੱਲਾਹ ਪਾਕ ਇੰਨਾ ਹਸੀਨੋ ਜਮੀਲ ਨੌਜਵਾਨ ਤੇ ਇਹਨੂੰ ਇਸਲਾਮ ਦੀ ਦੌਲਤ ਤੋਂ ਮਾਲਾ ਮਾਲ ਫਰਮਾ। ਤੇ ਇੱਧਰ ਹਜੇ ਆਪ ਦੀ ਦੁਆ ਮੁਕੰਮਲ ਹੁੰਦੀ, ਰਾਤ ਦੀ ਤਾਰੀਕੀ ਖਤਮ ਹੁੰਦੀ ਆ ਤੇ ਉਧਰੋਂ ਸੁਬਹ ਹੀ ਹਜ਼ਰਤ ਦਾਇਆ ਕਲਬੀ ਰਜ਼ੀ ਅੱਲਾਹ ਤਾਲਾ ਅਨਹੂ ਆਕਾ अलैहिस्सलातु वस्सलाम ਦੀ ਖਿਦਮਤ 'ਚ ਹਾਜ਼ਰ ਹੁੰਦੇ ਆ ਤੇ अर्ज़ ਕਰਦੇ कि या रसूलुल्लाह सल्लल्लाहु अलैहि वसल्लम मेरे वालदैन ਤੁਹਾਡੇ ਤੋਂ ਕੁਰਬਾਨ, ਮੈਨੂੰ ਕਲਮਾ ਪੜ੍ਹਾ ਕੇ ਮੁਸਲਮਾਨ ਕਰ ਲਓ। ਤੇ ਆਪ ਨੂੰ अर्ज़ ਕਰਦੇ ਆ ਕਿ ਜੋ ਦੀਨ ਇਸਲਾਮ ਦੇ ਅਹਿਕਾਮਾਤ ਵਗੈਰਾ ਹੈ, ਮਤਲਬ ਤੌਹੀਦ ਰਸਾਲਤ ਦੇ ਬਾਰੇ 'ਚ ਮੈਨੂੰ ਦੱਸੋ। ਤੇ ਆਕਾ अलैहिस्सलातु वस्सलाम ਦੱਸਦੇ ਆ ਕਿ ਮੈਂ ਅੱਲਾਹ ਤਾਲਾ ਦੀ ਜ਼ਾਤ ਦਾ ਆਖਰੀ ਰਸੂਲ ਹਾਂ। ਤੇ ਉਸ ਤੋਂ ਬਾਅਦ ਤੌਹੀਦ ਦੇ ਬਾਰੇ 'ਚ ਦੱਸਦੇ ਆ ਤੇ ਅੱਲਾਹ ਤਾਲਾ ਦੇ ਬਾਰੇ 'ਚ ਦੱਸਦੇ ਆ ਕਿ ਅੱਲਾਹ ਤਾਲਾ ਦੀ ਜ਼ਾਤ ਵਹਦਹੁ ਲਾ ਸ਼ਰੀਕ ਆ, ਸਜਦੇ ਦੇ ਲਾਇਕ ਸਿਰਫ ਔਰ ਸਿਰਫ ਅੱਲਾਹ ਤਾਲਾ ਦੀ ਜ਼ਾਤ ਆ, ਉਸ ਤੋਂ ਇਲਾਵਾ ਕਿਸੇ ਨੂੰ ਸਜਦਾ ਜਾਇਜ਼ ਨਹੀਂ। ਤੇ ਹਜ਼ਰਤ ਦਾਇਆ ਕਲਬੀ अर्ज़ ਕਰਦੇ कि या रसूलुल्लाह सल्लल्लाहु अलैहि वसल्लम मैं इस्लाम तो कबूल कर लवां लेकिन मैं एक बहुत बड़ा गुनाह किया वा ते पता नहीं अल्लाह ताला दी ज़ात मैनू माफ़ करे कि ना करे। ते आका अलैहिस्सलातु वस्सलाम फरमांदे कि दाया कल्बी किस किस्म का तू गुनाह किया। ते हज़रत दाया कल्बी रज़ी अल्लाह तआला अन्हु अर्ज़ करदे कि या रसूलुल्लाह सल्लल्लाहु अलैहि वसल्लम मैं अपने कबीले का सरदार हाँ। ਤੇ ਸਾਡੇ ਕਬੀਲੇ ਦੇ ਵਿੱਚ ਇਹ ਮਤਲਬ ਅਸੂਲ ਸੀ ਜਾਂ ਕਾਨੂੰਨ ਕਹਿ ਲਓ ਸੀ ਕਿ ਕਿਸੇ ਵੀ ਖਾਨਦਾਨ ਦੇ ਵਿੱਚ, ਕਿਸੇ ਫੈਮਿਲੀ ਦੇ ਵਿੱਚ ਵੀ ਅਗਰ ਔਰਤ ਮਤਲਬ ਬੇਟਾ ਜਾਂ ਬੇਟੀ ਪੈਦਾ ਕਰਦੀ ਤੇ ਉਹਦੇ 'ਚੋਂ ਅਗਰ ਬੇਟਾ ਹੁੰਦਾ ਤੇ ਉਹਦੀ ਪਰਵਰਿਸ਼ ਕੀਤੀ ਜਾਂਦੀ, ਅਗਰ ਬੇਟੀ ਦੀ ਪੈਦਾਇਸ਼ ਹੁੰਦੀ ਤੇ ਉਹਨੂੰ ਜ਼ਿੰਦਾ ਦਰਗੋਰ ਕਰ ਦਿੱਤਾ ਜਾਂਦਾ। ਤੇ ਮੈਂ ਜਿਹੜਾ ਨਾ ਇਸ ਤਰ੍ਹਾਂ 70 ਖਾਨਦਾਨ ਯਾਨੀ 70 ਬੱਚੀਆਂ ਨੂੰ ਮੈਂ ਆਪਣੇ ਹੱਥ ਦੇ ਨਾਲ ਜ਼ਿੰਦਾ ਦਰਗੋਰ ਕੀਤਾ। ਤੇ या रसूलुल्लाह सल्लल्लाहु अलैहि वसल्लम क्या मेरा ये गुनाह माफ़ हो जाएगा। ਤੇ ਆਪ ਜ਼ਾਰੋ ਕਤਾਰ ਰੋਣ ਲੱਗ ਪੈਂਦੇ ਆ ਤੇ ਇਤਨੀ ਦੇਰ ਦੇ ਵਿੱਚ ਅੱਲਾਹ ਤਾਲਾ ਦੀ ਰਹਿਮਤ ਨੂੰ ਜੋਸ਼ ਹੁੰਦਾ ਕਿ ਅੱਲਾਹ ਤਾਲਾ ਦੀ ਜ਼ਾਤ ਹਜ਼ਰਤ ਜਿਬਰੀਲ ਅਮੀਨ अलैहिस्सलातु वस्सलाम ਨੂੰ ਆਕਾ अलैहिस्सलातु वस्सलाम ਦੀ ਖਿਦਮਤ 'ਚ ਭੇਜਦੇ ਆ। ਤੇ हज़रत जिब्रील अमीन ਜਦੋਂ आका अलैहिस्सलातु वस्सलाम ਦੀ ਖਿਦਮਤ 'ਚ ਹਾਜ਼ਰ ਹੁੰਦੇ ਆ ਤੇ अर्ज़ ਕਰਦੇ कि या रसूलुल्लाह सल्लल्लाहु अलैहि वसल्लम ਅੱਲਾਹ ਦਾ ਸਲਾਮ ਹੋਵੇ, मैं पैगाम लैके आया कि अल्लाह ताला दी ज़ात फरमाउंदी आ कि तुसी हज़रत दाया कल्बी नूं कह दिओ कि असीं तुहानूं माफ़ कीता, जो हो गया पिछला सो हो गया, हुण तुसी गुनाहां दी माफ़ी मंग लई, असीं तुहानूं माफ़ कीता ते हुण तुसी सरकार दी चौकट ते आए, हुण तुहाडे पिछले सारे गुनाह माफ़ हो गए। ते जदों सरकार दी ज़बानी आप हज़रत दाया कल्बी सुणदे अल्फाज ते आप होर मज़ीद ज़ारो कतार रोण लग पैंदे आ। ਤੇ ਆਕਾ अलैहिस्सलातु वस्सलाम फरमाਉਂਦੇ कि दाया कल्बी हुण तू क्यों रो रहा। ਤੇ हज़रत दाया कल्बी अर्ज़ करदे कि या रसूलुल्लाह सल्लल्लाहु अलैहि वसल्लम मैं इस तो भी बड़ा एक गुनाह कीता वा। ਤੇ आका अलैहिस्सलातु वस्सलाम फरमाਉਂਦੇ कि दाया कल्बी ਉਹ ਕਿਹੜਾ ਤੂੰ ਗੁਨਾਹ ਕੀਤਾ। ਤੇ हज़रत दाया कल्बी अर्ज़ करदे कि या रसूलुल्लाह सल्लल्लाहु अलैहि वसल्लम एक दफ़ा ऐसा होया कि मैं किसी काम की गरज ਦੇ ਨਾਲ ਕਿਸੇ दूसरे मुल्क 'ਚ जाना सी ਤੇ ਮੈਂ ਜਦੋਂ ਜਾਣ ਲੱਗਾ ਤੇ ਮੇਰੀ ਜਿਹੜੀ ਹੈ ਬੀਵੀ ਉਹ ਹਾਮਲਾ ਸੀਗੀ, ਮਤਲਬ ਬੱਚਾ ਬੱਚੀ ਉਹਨੂੰ ਹੋਣ ਵਾਲਾ ਸੀਗਾ। ਤੇ ਮੈਂ ਆਪਣੀ ਜਾਣ ਲੱਗਾ ਆਪਣੀ ਬੇਗਮ ਨੂੰ ਕਹਿ ਕੇ ਗਿਆ ਸੀਗਾ ਕਿ ਅਗਰ ਬੇਟੀ ਹੋਈ ਤੇ ਉਹਨੂੰ ਤੂੰ ਜ਼ਿੰਦਾ ਦਰਗੋਰ ਕਰ ਦੇਣਾ, ਅਗਰ ਬੇਟਾ ਹੋਇਆ ਤੇ ਉਹਦੀ ਤੂੰ ਪਰਵਰਿਸ਼ ਕਰਨੀ ਆ। ਤੇ ਮੈਂ ਕਿਸੇ ਕੰਮ ਦੀ ਗਰਜ਼ ਦੇ ਨਾਲ ਮਤਲਬ ਦੂਸਰੇ ਮੁਲਕ ਚਲਾ ਗਿਆ ਤੇ ਜਦੋਂ ਇੱਕ ਅਰਸੇ ਤੋਂ ਬਾਅਦ ਮੈਂ ਵਾਪਸ ਆਉਂਦਾ ਵਾਂ ਤੇ ਮੈਂ ਦੇਖਦਾ ਵਾਂ ਕਿ ਮੈਂ ਘਰ ਨੂੰ ਦੇ ਦਰਵਾਜ਼ੇ 'ਤੇ ਦਸਤਕ ਦਿੱਤੀ ਤੇ ਉਹ ਇੱਕ ਛੋਟੀ ਜਿਹੀ ਇੱਕ ਨੰਨੀ ਮੁੰਨੀ ਇੱਕ ਪਿਆਰੀ ਸੀ ਬੱਚੀ ਦੇ ਨੇ ਦਰਵਾਜ਼ਾ ਖੋਲ੍ਹਿਆ। ਤੇ ਮੈਂ ਉਹ ਮੈਨੂੰ ਕਹਿੰਦੀ ਆ ਕਿ ਤੁਸੀਂ ਕੌਣ। ਤੇ ਮੈਂ ਅੱਗੋਂ ਉਸ ਬੱਚੀ ਨੂੰ ਕਹਿੰਦਾ ਕਿ ਤੂੰ ਕੌਣ ਆ। ਤੇ ਉਹ ਬੱਚੀ ਕਹਿੰਦੀ ਆ ਕਿ ਮੈਂ ਇਸ ਘਰ ਦੇ ਮਾਲਕ ਦੀ ਬੇਟੀ ਹਾਂ। ਤੇ ਮੈਂ ਅੱਗੋਂ ਮੇਰੇ ਮੂੰਹ 'ਚੋਂ ਇਹ ਨਿਕਲ ਜਾਂਦਾ, ਹਜ਼ਰਤ ਦਾਇਆ ਕਲਬੀ अर्ज़ ਕਰਦੇ ਆ ਤੇ ਨਾਲੇ ਜ਼ਾਰੋ ਕਤਾਰ ਰੋ ਰਹੇ ਹੁੰਦੇ ਆ।
ਤੇ ਵੀ ਮੇਰੇ ਮੂੰਹ ਚੋਂ ਇਹ ਨਿਕਲ ਜਾਂਦਾ ਕਿ ਅਗਰ ਤੂੰ ਇਸ ਘਰ ਦੇ ਮਾਲਕ ਦੀ ਬੇਟੀ ਆ ਤੇ ਮੈਂ ਇਸ ਘਰ ਦਾ ਮਾਲਕ ਹਾਂ। ਤੇ ਉਹ ਬੇਟੀ ਜਿਹੜੀ ਆ ਉਹ ਨੰਨੀ ਮੁੰਨੀ ਬੱਚੀ ਉਹ ਮੇਰੇ ਜਿਸਮ ਦੇ ਨਾਲ ਚਿਪਕ ਜਾਂਦੀ ਹੈ, ਮੇਰੇ ਜਿਹੜਾ ਨਾ ਮੇਰੇ ਨਾਲ ਬਹੁਤ ਜ਼ਿਆਦਾ ਪਿਆਰ ਕਰਨ ਲੱਗ ਪੈਂਦੀ ਹੈ। ਤੇ ਮੈਂ ਉਸ ਬੱਚੀ ਨੂੰ ਸਾਈਡ 'ਤੇ ਕਰਕੇ ਤੇ ਮੈਂ ਆਪਣੀ ਬੇਗਮ ਦੇ ਕੋਲੇ ਜਾਨਾ ਵਾ ਤੇ ਮੈਂ ਉਹਨੂੰ ਕੋ ਪੁੱਛਦਾ ਕਿ ਇਹ ਬੱਚੀ ਕੌਣ ਆ? ਤੇ ਮੇਰੀ ਬੇਗਮ ਰੋਣ ਲੱਗ ਪੈਂਦੀ ਹੈ ਤੇ ਫਰਮਾਉਂਦੀ ਆ ਕਿ ਇਹ ਤੁਹਾਡੀ ਬੇਟੀ ਆ। ਤੇ ਮੈਂ ਉਸ ਬੱਚੀ ਦੇ ਨਾਲ ਨਹੀਂ ਪਿਆਰ ਕਰਦਾ, ਉਹ ਬੱਚੀ ਕਦੀ ਮੇਰਾ ਹੱਥ ਚੁੰਮਦੀ ਆ ਤੇ ਨਾਲ ਹਜ਼ਰਤ ਦਾਇਆ ਕਲਬੀ ਬਹੁਤ ਜ਼ਿਆਦਾ ਦਾਰੋ ਕਤਾਰ ਰੋ ਰਹੇ ਹੁੰਦੇ ਆ। ਤੇ ਇੰਨੇ ਦੇ ਵਿੱਚ ਥੋੜ੍ਹੀ ਦੇਰ ਤੱਕ ਫਿਰ ਹਜ਼ਰਤ ਦਾਇਆ ਕਲਬੀ ਅਰਜ਼ ਕਰਦੇ ਕਿ ਮੈਂ ਆਪਣੀ ਬੱਚੀ ਨੂੰ ਸਰਕਾਰ ਨੂੰ ਫਰਮਾਉਂਦੇ ਅਰਜ਼ ਕਰਦੇ ਕਿ ਮੈਂ ਆਪਣੀ ਬੇਟੀ ਨੂੰ ਤਿਆਰ ਕਰਕੇ ਤੇ ਮੈਂ ਨਾ ਘਰੋਂ ਰਵਾਨਾ ਹੋ ਜਾਨਾ। ਤੇ ਰਸਤੇ 'ਚ ਜਾਂਦਿਆਂ ਜਾਂਦਿਆਂ ਬੇਟੀ ਮੇਰੀ ਮੇਰੇ ਕੋਲ ਪੁੱਛਦੀ ਆ ਕਿ ਬਾਬਾ ਤੁਸੀਂ ਕਿੱਥੇ ਚਲੇ ਗਏ ਸੀਗੇ? ਤੁਹਾਡਾ ਮੈਂ ਬੜੀ ਮੁੱਦਤ ਤੋਂ ਇੰਤਜ਼ਾਰ ਕਰ ਰਹੀ ਸੀ। ਤੁਸੀਂ ਮੈਨੂੰ ਨਾਨੋ ਦੇ ਘਰੇ ਲੈ ਕੇ ਜਾ ਰਹੇ ਆ, ਤੁਸੀਂ ਮੈਨੂੰ ਖਿਡੌਣੇ ਦਿਲਵਾਉਣ ਵਾਸਤੇ ਲੈ ਕੇ ਜਾ ਰਹੇ ਆ। ਤੇ ਨਾਲੇ ਜ਼ਾਰੋ ਕਤਾਰ ਰੋ ਰਹੇ ਹੁੰਦੇ ਆ ਤੇ ਕਦੀ ਮੇਰਾ ਹਜ਼ਰਤ ਦਾਇਆ ਕਲਬੀ ਅਰਜ਼ ਕਰਦੇ ਕਿ ਯਾ ਰਸੂਲ ਸਲਮ ਕਦੀ ਮੇਰਾ ਉਹ ਬਾਜ਼ੂ ਨੂੰ ਪਕੜ ਕੇ ਆਪਣੀ ਗਰਦਨ ਦੇ ਨਾਲ ਲਾਉਂਦੀ ਹੈ, ਕਦੀ ਕਿਸ ਤਰ੍ਹਾਂ ਮੇਰੇ ਨਾਲ ਪਿਆਰ ਕਰਦੀ, ਕਦੀ ਮੇਰੇ ਨਾਲ ਕਿਸ ਤਰ੍ਹਾਂ ਪਿਆਰ ਕਰਦੀ। ਤੇ ਯਾ ਰਸੂਲ ਸਲਮ ਮੈਂ ਉਹਦੇ ਕਿਸੇ ਗੱਲ ਦਾ ਜਵਾਬ ਨਹੀਂ ਦਿੰਦਾ। ਇੱਥੋਂ ਤੱਕ ਚੱਲਦਿਆਂ ਚੱਲਦਿਆਂ ਇੱਕ ਮੈਦਾਨ ਮਤਲਬ ਜੰਗਲ ਇੱਕ ਆ ਜਾਂਦਾ ਵਾ ਤੇ ਮੈਂ ਆਪਣੀ ਬੇਟੀ ਨੂੰ ਇੱਕ ਸਾਈਡ 'ਤੇ ਮਤਲਬ ਛਾਂ 'ਤੇ ਬਿਠਾ ਕੇ ਤੇ ਮੈਂ ਉਹਦੇ ਵਾਸਤੇ ਇੱਕ ਕਬਰ ਖੋਦਣੀ ਸ਼ੁਰੂ ਕਰ ਦਿੰਦਾ। ਤੇ ਜਦੋਂ ਮੇਰੀ ਬੇਟੀ ਸਾਈਡ 'ਤੇ ਬੈਠੀ ਹੁੰਦੀ ਹੈ, ਮੈਨੂੰ ਕਬਰ ਖੋਦਦਿਆਂ ਦੇ ਦੌਰਾਨ ਕਾਫੀ ਮਿੱਟੀ ਵਗੈਰਾ ਰੇਤ ਵਗੈਰਾ ਮੇਰੇ ਚਿਹਰੇ 'ਤੇ ਪੈ ਜਾਂਦੀ ਹੈ। ਮੈਂ ਕਾਫੀ ਮੈਨੂੰ ਮਤਲਬ ਮੁਸ਼ਕਿਲ ਪੇਸ਼ ਆ ਰਹੀ ਹੁੰਦੀ ਤੇ ਉਹ ਬੇਟੀ ਮੇਰੀ ਆਪਣਾ ਨੰਨਾ ਮੁੰਨਾ ਪਿਆਰਾ ਜਿਹਾ ਜਿਸਮ ਤੋਂ ਦੁਪੱਟਾ ਉਤਾਰ ਕੇ ਤੇ ਮੇਰੇ ਚਿਹਰੇ 'ਤੇ ਜਿੰਨੀ ਵੀ ਗਰਦ ਗੁਬਾਰ ਹੁੰਦੀ ਉਹ ਸਾਫ਼ ਕਰਦੀ ਹੈ ਤੇ ਮੈਨੂੰ ਕਹਿੰਦੀ ਬਾਬਾ ਤੁਸੀਂ ਇੰਨੀ ਗਰਮੀ 'ਚ ਕਿਉਂ ਇੰਨੀ ਮੁਸ਼ੱਕਤ ਤਲਬ ਕੰਮ ਕਰ ਰਹੇ ਹੋ, ਤੁਸੀਂ ਛਾਂ 'ਤੇ ਬੈਠ ਜਾਓ। ਕਦੀ ਮੈਨੂੰ ਕੀ ਕਹਿੰਦੀ, ਕਦੀ ਮੈਨੂੰ ਕੀ ਕਹਿੰਦੀ, ਮੈਂ ਉਹਦੀ ਕਿਸੇ ਗੱਲ ਦਾ ਮੈਂ ਆਪਣੇ ਦਿਲ 'ਤੇ ਕੋਈ ਅਸਰ ਨਹੀਂ ਲੈਂਦਾ, ਮੈਨੂੰ ਜ਼ਰਾ ਉਸ ਬੱਚੀ 'ਤੇ ਤਰਸ ਨਹੀਂ ਆਉਂਦਾ। ਤੇ ਮੈਂ ਉਹਦੀ ਵਾਸਤੇ ਕਬਰ ਖੋਦਦਾ ਜਾਨਾ ਖੋਦਦਾ, ਜਦੋਂ ਮੁਕੰਮਲ ਕਬਰ ਖੋਦ ਲੈਨਾ ਤੇ ਉਹ ਬੱਚੀ ਮੈਨੂੰ ਕਹਿੰਦੀ ਕਿ ਬਾਬਾ ਤੁਸੀਂ ਇਹ ਕਬਰ ਕਿਸ ਵਾਸਤੇ ਖੋਦ ਰਹੇ ਹੋ? ਤੇ ਜਦੋਂ ਮੇਰੇ ਕੋਲੇ ਆਉਂਦੀ ਉਹ ਬੱਚੀ ਤੇ ਮੈਂ ਉਸ ਬੱਚੀ ਨੂੰ ਧੱਕਾ ਦੇ ਕੇ ਉਸ ਕਬਰ ਦੇ ਵਿੱਚ ਗਿਰਾ ਦਿੰਦਾ। ਤੇ ਉਹ ਜਦੋਂ ਮੈਂ ਗਿਰਾ ਦਿੰਦਾ ਤੇ ਉਹ ਬੱਚੀ ਤੇ ਉਹ ਬੱਚੀ ਨੂੰ ਤੇ ਬੱਚੀ ਤੇ ਮੇਰੇ 'ਤੇ ਬਹੁਤ ਮਤਲਬ ਜਾਨ ਨਿਛਾਵਰ ਕਰਦੀ ਹੁੰਦੀ ਹੈ। ਤੇ ਲੇਕਿਨ ਮੈਨੂੰ ਜ਼ਰਾ ਵੀ ਤਰਸ ਨਹੀਂ ਆਉਂਦਾ ਤੇ ਮੈਂ ਉਸ ਬੱਚੀ 'ਤੇ ਮਿੱਟੀ ਪਾਉਣੀ ਜਦੋਂ ਸ਼ੁਰੂ ਕਰ ਦੇਣਾ ਤਾਂ ਬੱਚੀ ਮੇਰੇ ਅੱਗੇ ਹੱਥ ਬੰਨ੍ਹ ਲੈਂਦੀ ਹੈ ਤੇ ਕਹਿੰਦੀ ਕਿ ਬਾਬਾ ਮੈਂ ਤੁਹਾਡੇ ਕੋਲ ਕਦੀ ਵੀ ਖਿਡੌਣਿਆਂ ਦੀ ਡਿਮਾਂਡ ਨਹੀਂ ਕਰਾਂਗੀ, ਮੈਂ ਤੁਹਾਨੂੰ ਨਹੀਂ ਕਹਾਂਗੀ ਕਿ ਮੈਨੂੰ ਤੁਸੀਂ ਨਾਨੋ ਦੇ ਘਰੇ ਲੈ ਕੇ ਜਾਓ ਜਾਂ ਮੈਂ ਤੁਹਾਡੇ ਤੋਂ ਕਿਸੇ ਕਿਸਮ ਦੀ ਕੋਈ ਡਿਮਾਂਡ ਨਹੀਂ ਕਰਾਂਗੀ। ਅਗਰ ਤੁਹਾਨੂੰ ਮੇਰਾ ਚਿਹਰਾ ਨਹੀਂ ਪਸੰਦ ਮੈਂ ਤੁਹਾਡੇ ਸਾਹਮਣੇ ਵੀ ਨਹੀਂ ਆਵਾਂਗੀ, ਲੇਕਿਨ ਤੁਸੀਂ ਮੇਰੇ 'ਤੇ ਇਹ ਜ਼ੁਲਮ ਨਾ ਕਰੋ। ਤੇ ਲੇਕਿਨ ਯਾ ਰਸੂਲ ਸਲਮ ਮੈਨੂੰ ਫਿਰ ਵੀ ਉਹ 'ਤੇ ਤਰਸ ਨਹੀਂ ਆਉਂਦਾ। ਮੈਂ ਉਹਦੇ ਜਦੋਂ ਪੂਰੇ ਜਿਸਮ 'ਤੇ ਮਿੱਟੀ ਪਾ ਦਿੰਦਾ ਤੇ ਉਹਦਾ ਜਦੋਂ ਸਿਰਫ ਚਿਹਰਾ ਰਹਿ ਜਾਂਦਾ ਤੇ ਉਹ ਫਿਰ ਮੇਰੇ ਨਾਲ ਮੁਖਾਤਬ ਨਹੀਂ ਹੁੰਦੀ, ਫਿਰ ਉਹ ਫਰਿਆਦ ਕਰਦੀ ਅੱਲਾਹ ਕੋਲੇ ਕਿ ਯਾ ਅੱਲਾਹ ਪਾਕ ਮੈਂ ਸੁਣਿਆ ਸੀ ਕਿ ਇੱਕ ਆਖਰੀ ਨਬੀ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਆਉਣਗੇ ਜਿਹੜੇ ਬੱਚੀਆਂ ਦੀ ਇੱਜ਼ਤਾਂ ਮਹਿਫੂਜ਼ ਕਰਨਗੇ, ਜਿਨ੍ਹਾਂ ਦੀ ਵਜ੍ਹਾ ਤੋਂ ਬੱਚੀਆਂ ਦੀਆਂ ਇੱਜ਼ਤਾਂ ਮਹਿਫੂਜ਼ ਹੋਣਗੀਆਂ। ਬੱਚੀਆਂ ਮਰ ਰਹੀਆਂ ਵਾ, ਯਾ ਅੱਲਾਹ ਪਾਕ ਆਪਣੇ ਉਸ ਨਬੀ ਨੂੰ ਭੇਜ ਦੇ। ਤੇ ਯਾ ਰਸੂਲੁल्लाह ਸੱਲੱਲਾਹੁ ਅਲੈਹਿ ਵਸੱਲਮ ਮੈਨੂੰ ਫਿਰ ਵੀ ਉਸ ਬੱਚੀ 'ਤੇ ਤਰਸ ਨਹੀਂ ਆਇਆ। ਹਜ਼ਰਤ ਦਾਇਆ ਕਲਬੀ ਰਜ਼ੀ ਅੱਲਾਹ ਤਾਲਾ ਅਨਹੂ ਅਰਜ਼ ਕਰਦੇ ਕਿ ਯਾ ਰਸੂਲ ਸੱਲਮ ਮੈਂ ਉੱਤੇ ਮੁਕੰਮਲ ਤੌਰ 'ਤੇ ਮਿੱਟੀ ਪਾ ਕੇ ਤੇ ਉਹਨੂੰ ਦਫਨਾ ਦਿੱਤਾ। ਤੇ ਆਕਾ अलैहिस्सलातु वस्सलाम ਨੇ ਜਦੋਂ ਇਹ ਵਾਕਿਆ ਸੁਣਿਆ ਤੇ ਆਕਾ अलैहिस्सलातु वस्सलाम ਦੀ ਦਾੜੀ ਮੁਬਾਰਕ, ਰੀਛ ਮੁਬਾਰਕ ਮੁਕੰਮਲ ਤੌਰ 'ਤੇ ਤਰ ਹੋ ਜਾਂਦੀ ਆ। ਤੇ ਆਕਾ अलैहिस्सलातु वस्सलाम ਫਰਮਾਉਂਦੇ ਆ ਫਿਰ ਹਜ਼ਰਤ ਦਾਇਆ ਕਲਬੀ ਨੂੰ ਕਿ ਮੈਨੂੰ ਫਿਰ ਉਸ ਬੱਚੀ ਦਾ ਵਾਕਿਆ ਸੁਣਾ ਜਿਹੜੀ ਇਸ ਉਮੀਦ ਇਸ ਆਸ ਲੈ ਕੇ ਇਸ ਦੁਨੀਆ ਤੋਂ ਗਈ ਕਿ ਆਖਰੀ ਨਬੀ ਆਏਗਾ ਜਿਹੜਾ ਬੱਚੀਆਂ ਦੀਆਂ ਇੱਜ਼ਤਾਂ ਮਹਿਫੂਜ਼ ਕਰੇਗਾ। ਤੇ ਸਹਾਬਾ ਕਰਾਮ ਵੀ ਪਾਸ ਬੈਠੇ ਸੀ ਤੇ ਜਦੋਂ ਆਕਾ अलैहिस्सलातु वस्सलाम ਨੇ 3 ਦਫਾ ਇਹ ਵਾਕਿਆ ਸੁਣਾ ਤੇ ਸਹਾਬਾ ਕਰਾਮ ਵੀ ਜ਼ਾਰੋ ਕਤਾਰ ਰੋਣ ਲੱਗ ਗਏ। ਤੇ ਉਹ ਸਹਾਬਾ ਕਰਾਮ ਹਜ਼ਰਤ ਦਾਇਆ ਕਲਬੀ ਨੂੰ ਫਰਮਾਉਂਦੇ ਕਿ ਦਾਇਆ ਕਲਬੀ ਸਾਡੇ ਆਕਾ अलैहिस्सलातु वस्सलाम ਨੂੰ ਕਿਉਂ ਤੁਸੀਂ ਰੁਲਾ ਰਹੇ ਹੋ? ਤੇ ਆਕਾ अलैहिस्सलातु वस्सलाम बहुत ज़्यादा ਜ਼ਾਰੋ ਕਤਾਰ ਰੋਂਦੇ ਆ। ਤੇ ਇਤਨੇ ਦੇ ਵਿੱਚ ਅੱਲਾਹ ਤਾਲਾ ਦੀ ਜ਼ਾਤ ਹਜ਼ਰਤ ਜਿਬਰੀਲ ਅਮੀਨ अलैहिस्सलातु वस्सलाम ਨੂੰ ਆਕਾ अलैहिस्सलातु वस्सलाम ਦੀ ਖਿਦਮਤ 'ਚ ਭੇਜਦੇ ਆ। ਤੇ ਹਜ਼ਰਤ ਜਿਬਰੀਲ ਅਮੀਨ ਅੱਲਾਹ ਦਾ ਪੈਗਾਮ ਲੈ ਕੇ ਆਉਂਦੇ ਕਿ ਯਾ ਰਸੂਲ ਸੱਲਮ ਅੱਲਾਹ ਦਾ ਸਲਾਮ ਹੋਵੇ। ਅੱਲਾਹ ਤਾਲਾ ਫਰਮਾ ਰਿਹਾ ਕਿ ਤੁਸੀਂ ਦਾਇਆ ਕਲਬੀ ਨੂੰ ਫਰਮਾ ਦਿਓ ਕਿ ਇਹ ਉਦੋਂ ਤੱਕ ਸੀਗਾ ਜਦੋਂ ਤੱਕ ਤੁਸੀਂ ਅੱਲਾਹ ਤੇ ਅੱਲਾਹ ਦੇ ਰਸੂਲ ਨੂੰ ਮੰਨਿਆ ਨਹੀਂ ਸੀ, ਜਦੋਂ ਤੁਸੀਂ ਈਮਾਨ ਨਹੀਂ ਸੀ ਲੈ ਕੇ ਆਏ। ਤੇ ਹੁਣ ਤੁਸੀਂ ਅੱਲਾਹ ਤੇ ਅੱਲਾਹ ਦੇ ਰਸੂਲ ਨੂੰ ਮੰਨ ਲਿਆ ਵਾ
ਤੇ ਹੁਣ ਤੁਹਾਡੇ ਇਸ ਗੁਨਾਹ ਦੀ ਅੱਲਾਹ ਤਾਲਾ ਦੀ ਜ਼ਾਤ ਨੇ ਮਾफ़ी ਦੇ ਦਿੱਤੀ, ਤੁਹਾਨੂੰ ਅੱਲਾਹ ਦੀ ਤਾਲਾ ਦੀ ਜ਼ਾਤ ਨੇ ਮਾफ़ ਕਰ ਦਿੱਤਾ ਵਾ। ਤੇ ਆਕਾ अलैहिस्सलातु वस्सलाम ने उस मौके ਤੇ ਫਿਰ ਫਰਮਾਇਆ ਕਿ ਜਿਸ ਇਨਸਾਨ ਨੇ 2 ਬੱਚੀਆਂ ਦੀ ਪਰਵਰਿਸ਼ ਕੀਤੀ, ਅੱਛੀ ਤਰ੍ਹਾਂ ਤਰਬੀਅਤ ਕੀਤੀ, ਉਹਨਾਂ ਨੂੰ ਜਵਾਨ ਕਰਕੇ ਉਹਨਾਂ ਦੀ ਅੱਛੀ ਜਗ੍ਹਾ ਸ਼ਾਦੀ ਕੀਤੀ ਤੇ ਬਰੋਜ਼ੇ ਕਿਆਮਤ ਉਹ ਇਸ ਤਰ੍ਹਾਂ ਹੋਣਗੇ ਮੇਰੇ ਨਾਲ ਜਿਸ ਤਰ੍ਹਾਂ 2 ਉਂਗਲੀਆਂ। ਤੇ ਤੁਸੀਂ ਖੁਦ ਸੋਚੋ ਕਿ 2 ਉਂਗਲੀਆਂ ਦੇ ਮਤਲਬ ਨਜ਼ਦੀਕ ਦਾ ਫਾਸਲਾ ਹੋਏਗਾ ਆਕਾ अलैहिस्सलातु वस्सलाम ਦੇ ਨਾਲ। ਤੇ ਜਿਹੜਾ ਬੰਦੇ ਦੀਆਂ 2 ਤੋਂ ਜ਼ਿਆਦਾ ਬੇਟੀਆਂ ਹੋਣ, ਉਹ ਆਪਣੇ ਬੱਚਿਆਂ ਦੀ ਖਿਦਮਤ ਕਰੇਗਾ, ਅੱਛੀ ਤਰ੍ਹਾਂ ਉਹਨਾਂ ਦੀ ਪਰਵਰਿਸ਼ ਕਰਕੇ, ਉਹਨਾਂ ਨੂੰ ਪਾਲ ਪੋਸ ਕੇ ਜਵਾਨ ਕਰਕੇ ਜਦੋਂ ਉਹਨਾਂ ਦੀ ਉਹ ਸ਼ਾਦੀ ਕਰੇਗਾ, ਅੱਲਾਹ ਤਾਲਾ ਦੀ ਜ਼ਾਤ ਨੂੰ ਉਹ ਅੱਲਾਹ ਤਾਲਾ ਦੀ ਜ਼ਾਤ ਉਹਨੂੰ ਕਿਤਨੇ ਇਨਾਮੋ ਕਰਾਮਾਤ ਨਾਲ ਨਵਾਜ਼ੇਗੀ ਤੇ ਉਹ ਆਕਾ अलैहिस्सलातु वस्सलाम ਦੇ ਕਿੰਨਾ ਜ਼ਿਆਦਾ ਨਜ਼ਦੀਕ ਹੋ ਜਾਏਗਾ। ਤੇ ਵੈਸੇ ਵੀ ਅੱਜ ਕੱਲ੍ਹ ਟਰੈਂਡ ਬਣ ਚੁੱਕਿਆ ਵਾ ਕਿ ਜਦੋਂ ਇੱਕ ਘਰ ਦੇ ਵਿੱਚ ਇੱਕ ਬੇਟੀ ਪੈਦਾ ਹੁੰਦੀ ਹੈ ਤੇ ਉਸ ਔਰਤ ਨੂੰ ਇੱਜ਼ਤ ਦੀ ਨਿਗਾਹ ਦੇ ਨਾਲ ਨਹੀਂ ਵੇਖਿਆ ਜਾਂਦਾ। ਉਹਨੂੰ ਬੰਦਾ ਪੁੱਛੇ ਵੀ ਉਸ ਔਰਤ ਨੇ ਖੁਦ ਥੋੜ੍ਹਾ ਜੰਮਿਆ ਵਾ, ਹਾਲਾਂਕਿ ਉਹ ਬੱਚੀ ਜਿਹੜੀ ਆਈ ਹੈ ਇਸ ਦੁਨੀਆ 'ਚ ਜਿਹਨੇ ਅੱਖ ਖੋਲ੍ਹੀ ਉਹ ਤਾਂ ਅੱਲਾਹ ਤਾਲਾ ਦੀ ਜ਼ਾਤ ਦੀ ਇੱਕ ਰਹਿਮਤ ਆ। ਤੇ ਉਸ ਘਰ ਨੂੰ 4 ਚਾਂਦ ਅਗਰ ਬੰਦਾ ਦਿਲ ਦੀ ਅੱਖ ਨਾਲ ਵੇਖੇ ਤੇ ਉਸ ਘਰ ਨੂੰ 4 ਚੰਦ ਲੱਗ ਜਾਂਦੇ ਆ ਉਸ ਬੇਟੀ ਦੇ ਇਸ ਦੁਨੀਆ 'ਤੇ ਆਉਣ। ਲੇਕਿਨ ਅਸੀਂ ਪਤਾ ਨਹੀਂ ਇਤਨਾ ਕਿਉਂ ਇੱਕ ਬੱਚੀ ਦੀ ਪੈਦਾਇਸ਼ 'ਤੇ ਇਤਨਾ ਅਫਸੁਰਦਾ ਅਕਸਰ ਘਰ 'ਤੇ ਇੱਥੋਂ ਤੱਕ ਵੇਖਿਆ ਕਿ ਉਹ ਆਪਣੀ ਅੱਲਾ ਨਾਉਜ਼ੁਬਿल्लाह ਅਸਤਗਫਿਰੁल्लाह ਆਪਣੀ ਬੇਗਮ ਨੂੰ ਤਲਾਕ ਤੱਕ ਦੀ ਵੀ ਧਮਕੀ ਦੇ ਦਿੰਦੇ ਆ ਪੈਦਾਇਸ਼ ਤੋਂ ਪਹਿਲੇ ਕਿ ਅਗਰ ਬੇਟੀ ਪੈਦਾ ਹੋਈ ਤਾਂ ਅਸੀਂ ਤੈਨੂੰ ਤਲਾਕ ਦੇ ਦਾਂਗੇ ਨਾਉਜ਼ੁਬਿल्लाह ਅਸਤਗਫਿਰੁल्लाह। ਤੇ ਸਾਨੂੰ ਬੇਟੀ ਦੀ ਪੈਦਾਇਸ਼ 'ਤੇ ਕਦੀ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਬੱਚੀਆਂ ਤਾਂ ਆਪਣੇ ਵਾਲਦੈਨ ਦਾ ਮਾਣ ਹੁੰਦੀਆਂ, ਆਪਣੇ ਵਾਲਦੈਨ ਦੀ ਇੱਜ਼ਤ ਹੁੰਦੀਆਂ ਵਾ, ਘਰ ਦੀ ਰੌਣਕ ਹੁੰਦੀਆਂ, ਉਹਨਾਂ ਦੀ ਵਜ੍ਹਾ ਤੋਂ ਤਾਂ ਘਰ ਨੂੰ 4 ਚੰਦ ਲੱਗਦੇ ਆ, ਘਰ ਦੇ ਵਿੱਚ ਰੌਣਕ ਹੁੰਦੀ ਹੈ। ਤੇ ਅੱਲਾਹ ਪਾਕ ਦੀ ਜ਼ਾਤ ਅੱਗੇ ਦੁਆ ਕਿ ਯਾ ਅੱਲਾਹ ਪਾਕ ਸਾਡੇ ਮੁਆਸ਼ਰੇ ਦੇ ਵਿੱਚ ਇਹ ਜਿਹੜੀ ਗਲਤਫਹਿਮੀ ਕਹਿ ਲਓ, ਇਹ ਜਿਹੜੀ ਅੰਧੇਰਾਪਨ ਆ ਚੁੱਕਿਆ, ਇਸ ਨੂੰ ਖ਼ਤਮ ਕਰਕੇ ਲੋਕਾਂ ਨੂੰ ਸ਼ਊਰ ਦੀ ਜ਼ਿੰਦਗੀ ਦੇ। ਤੇ ਉਮੀਦ ਕਰਦਾ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਅੱਛੀ ਲੱਗੀ ਹੋਵੇਗੀ। ਅਗਰ ਅੱਛੀ ਲੱਗੀ ਹੋਵੇ, ਥੋੜ੍ਹੀ ਤਵੀਲ ਸੀ ਕਿਉਂਕਿ ਵਾਕਈ ਥੋੜ੍ਹਾ ਜਿਹਾ ਇਸ ਤਰ੍ਹਾਂ ਦਾ ਸੀ। ਤੇ ਅਗਰ ਮੇਰੀ ਵੀਡੀਓ ਤੁਹਾਨੂੰ ਅੱਛੀ ਲੱਗੀ ਕਮੈਂਟ 'ਚ ਮੈਨੂੰ ਦੱਸਿਆ ਜੇ ਜ਼ਰੂਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਜੇ ਤੇ ਸ਼ੇਅਰ